ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ ਸਟੱਡੀ ਵਰਡ ਇਮੀਗ੍ਰੇਸ਼ਨ ਤੋਂ। ਅੱਜ ਆਪਾਂ ਡਿਸਕਸ ਕਰਾਂਗੇ ਇੱਕ ਬਹੁਤ ਵੱਡਾ ਪੁਆਇੰਟ ਕੈਨੇਡਾ ਨੂੰ ਲੈ ਕੇ, ਜਿਹਦੇ ਵਿੱਚ ਤੁਸੀਂ ਸੁਣਿਆ ਹੋਏਗਾ ਵੀ ਕੈਨੇਡਾ ਦੇ ਵਿੱਚ ਜਦੋਂ ਫਾਈਲ ਲੱਗਦੀ ਹੈ ਕਾफ़ੀ ਜ਼ਿਆਦਾ ਰਿਜੈਕਸ਼ਨਸ ਐਸੀ ਕਾਰਨ ਆਉਂਦੀ ਹੈ ਵੀ ਜਿਹਦੇ ਵਿੱਚ ਵੀਜ਼ਾ ਅਫਸਰ ਕਹਿੰਦਾ ਵੀ ਯੂ ਵਿਲ ਨਾਟ ਲੀਵ ਕੈਨੇਡਾ ਐਟ ਦਾ ਐਂਡ ਆਫ ਯੋਰ ਸਟੇ, ਵੀ ਤੁਸੀਂ ਵਾਪਸ ਨਹੀਂ ਆਓਗੇ, ਵੀ ਕੈਨੇਡਾ ਛੱਡ ਕੇ ਆਪਣੀ ਕੰਟਰੀ ਵਾਪਸ ਨਹੀਂ ਆਓਗੇ। ਅਤੇ ਇਹ ਬਹੁਤ ਕਾਮਨ ਰਿਫਿਊਜ਼ਲ ਦਾ ਕਾਰਨ ਹੈਗਾ। ਅਤੇ ਪਿੱਛੇ ਜੇ ਤੁਸੀਂ ਲਾ ਲਓ ਜਨਵਰੀ ਫਰਵਰੀ ਮਾਰਚ ਬਹੁਤ ਜ਼ਿਆਦਾ ਰਿਜੈਕਸ਼ਨਸ ਆਈਆਂ ਇਸ ਕਾਰਨ ਵੀ ਤੁਸੀਂ ਵਾਪਸ ਨਹੀਂ ਆਓਗੇ। ਇਸ ਚੀਜ਼ ਨੂੰ ਲੈ ਕੇ ਵੀ ਇਹ ਚੀਜ਼ ਕਿਉਂ ਹੁੰਦੀ ਹੈ, ਕਿਸ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਡਾਕੂਮੈਂਟ ਨਾਲ ਜੋੜ ਕੇ ਤੁਸੀਂ ਇਹਨੂੰ ਓਵਰਕਮ ਕਰ ਸਕਦੇ ਹੋ, ਵੀ ਇਹ ਜਿਹੜਾ ਪੁਆਇੰਟ ਹੈ ਤੁਸੀਂ ਖ਼ਤਮ ਕਰ ਸਕਦੇ ਹੋ। ਵੀਜ਼ਾ ਆਫਿਸਰ ਦੇ ਦਿਮਾਗ 'ਚ ਇਹ ਪੁਆਇੰਟ ਨਹੀਂ ਆਉਣਾ ਚਾਹੀਦਾ ਹੈਗਾ ਵੀ ਉਹਨੂੰ ਕਿਵੇਂ ਖ਼ਤਮ ਕਰਨਾ ਇਸ ਪੁਆਇੰਟ ਨੂੰ, ਅਤੇ ਕਿਹੜੇ ਕਿਹੜੇ ਡਾਕੂਮੈਂਟੇਸ਼ਨ ਕਿਹੜੀ ਕਿਹੜੀਆਂ ਚੀਜ਼ਾਂ ਅਤੇ ਕਿਹੜੇ ਕਿਹੜੇ ਕਾਰਨ ਹੁੰਦੇ ਨੇ ਇਹਦੇ ਵਿੱਚ ਵੀ ਜਿਹਦੇ ਵਿੱਚ ਵੀ ਵੀਜ਼ਾ ਆਫਿਸਰ ਇਹ ਜਿਹੜਾ ਕਲੌਜ਼ ਲਗਾ ਕੇ ਬੱਚੇ ਦਾ ਵੀਜ਼ਾ ਰਿਜੈਕਟ ਕਰ ਦਿੰਦਾ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਵੀ ਕਿਹੜੇ ਕਿਹੜੇ ਕਾਰਨ ਇਹਦੇ ਵਿੱਚ ਆ ਜਾਂਦੇ, ਵੀ ਸਾਰਾ ਮੈਂ ਤੁਹਾਨੂੰ ਪੁਆਇੰਟ ਦੱਸ ਦਿੰਦਾ। ਪਹਿਲੀ ਗੱਲ ਇਹ ਹੈ ਵੀ ਵੀਜ਼ਾ ਆਫਿਸਰ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਰਹਿੰਦਾ ਵੀ ਜਦੋਂ ਜ਼ਿਆਦਾਤਰ ਬੱਚੇ ਜਿਵੇਂ ਆਪਣੇ ਇੰਡੀਆ 'ਚ ਜਾਂਦੇ ਨੇ ਵੀ 2 ਸਾਲ ਦਾ ਕੋਰਸ ਲੈ ਕੇ ਜਾਂਦੇ ਨੇ ਜਾਂ 3 ਸਾਲ ਦਾ ਕੋਰਸ ਲੈ ਕੇ ਜਾਂਦੇ, ਵੀ 2 ਸਾਲ ਦਾ ਤਾਂ ਕਾਮਨ ਹੀ ਹੈ ਵੀ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਬੱਚੇ 2 ਸਾਲ ਦਾ ਡਿਪਲੋਮਾ ਇੱਕ ਬਹੁਤ ਕਾਮਨ ਜੀ ਚੀਜ਼ ਹੈ। ਇਹਦੇ ਵਿੱਚ ਬੇਸ਼ੱਕ SDS ਹੈ ਬੇਸ਼ੱਕ ਨੋਨ SDS ਹੈ, ਇਹਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ ਵੀ ਬੱਚਾ 1 ਸਾਲ ਦੀ ਫੀਸ ਜ਼ਿਆਦਾਤਰ ਬੱਚੇ ਭਰਦੇ ਨੇ, ਨਾਲ 1 ਸਾਲ ਦੇ ਲਿਵਿੰਗ ਐਕਸਪੈਂਸਿਸ ਹੁੰਦੇ ਨੇ। ਹੁਣ ਵੀ 1 ਸਾਲ ਦੇ ਤਾਂ ਬੱਚੇ ਨੇ ਲਿਵਿੰਗ ਐਕਸਪੈਂਸਿਸ 'ਤੇ ਆਪਣੀ ਫੀਸ ਭਰਤੀ, ਚਲੋ ਠੀਕ ਹੈ ਜੀ, ਉਹ ਸਾਰਾ ਵੀਜ਼ਾ ਆਫਿਸਰ ਦੇ ਕੋਲ ਸਾਹਮਣੇ ਰਸੀਦਾਂ ਪਈਆਂ, ਸਾਰਾ ਕੁਛ ਹੈਗਾ ਅਤੇ ਉਹ ਸਾਰਾ ਕੁਛ ਓਕੇ ਹੈ। ਅੱਗੇ ਗੱਲ ਆ ਜਾਂਦੀ ਹੈ ਵੀ ਅਗਲੇ ਸਾਲ ਦੇ ਵਿੱਚ ਬੱਚੇ ਨੇ ਕੀ ਪਲਾਨ ਦਿਖਾਇਆ, ਕਿਹੜੇ ਇਨਕਮ ਦਿਖਾਏ ਹੈ, ਕਿਹੜੇ ਫੰਡਸ ਦਿਖਾਏ ਨੇ, ਕੀ ਦਿਖਾਇਆ ਹੈ, ਜਿਹਦੇ ਨਾਲ ਵੀ ਅੱਗੇ ਜਾ ਕੇ ਵੀ ਬੱਚਾ ਉਸ ਚੀਜ਼ ਨੂੰ ਵੀ ਪ੍ਰੂਵ ਕਰ ਸਕੇ ਵੀ ਹਾਂ ਵੀ ਮੈਂ ਲੈਜੀਟੀਮੇਟ ਵੀ ਜੈਨੂਇਨ ਸਟੂਡੈਂਟ ਹੈ, ਅਤੇ ਕੱਲ੍ਹ ਨੂੰ ਮੈਂ ਵੀ 1 ਸਾਲ ਦੀ ਪੜ੍ਹਾਈ ਤੋਂ ਬਾਅਦ ਵੀ ਮੇਰੇ ਕੋਲ ਇੰਤਜ਼ਾਮ ਹੈ ਅਤੇ 2 ਸਾਲ ਦੀ ਪੜ੍ਹਾਈ ਮੈਂ ਬਿਨਾਂ ਕਿਸੇ ਟੈਨਸ਼ਨ ਦੇ ਬਿਨਾਂ ਕਿਸੇ ਪ੍ਰੋਬਲਮ ਦੇ ਕੰਪਲੀਟ ਕਰ ਦੂੰਗਾ। ਹੁਣ ਜ਼ਿਆਦਾਤਰ ਕੰਸਲਟੈਂਟਸ ਕੀ ਕਹਿਣਗੇ ਵੀ ਠੀਕ ਹੈ ਜੀ ਇਨਕਮ, ਚਲੋ ਠੀਕ ਹੈ ਜੀ 2 ਲੱਖ ਰੁਪਏ ਦੀ ਤੁਹਾਡੀ ਮੰਮੀ ਪਾਪਾ ਦੀ ਇਨਕਮ ਦਿਖਾ ਦਿੰਦੇ ਆ, 2-2 ਲੱਖ ਰੁਪਏ ਦੀ 4 ਲੱਖ ਬਹੁਤ ਹੈ। ਹੁਣ ਤੁਸੀਂ ਵੀਜ਼ਾ ਆਫਿਸਰ ਨੂੰ ਇਹ ਕਹਿ ਰਹੇ ਹੋ ਵੀ ਮੇਰੇ ਕੋਲ 1 ਸਾਲ ਦਾ ਇੰਤਜ਼ਾਮ ਹੈ ਅਤੇ 1 ਸਾਲ ਦਾ ਤਾਂ ਮੇਰੇ ਕੋਲ ਮੈਂ ਫੀਸਾਂ ਭਰਤੀਆਂ ਅਤੇ ਅਗਲੇ ਸਾਲ ਦਾ ਵੀ ਮੇਰੇ ਕੋਲ ਇੰਤਜ਼ਾਮ ਹੈਗਾ, ਅਤੇ ਉਹਦੇ ਵਿੱਚ ਤੁਸੀਂ ਦਿਖਾ ਰਹੇ ਹੋ 4 ਲੱਖ ਰੁਪਇਆ, ਸਾਰਾ 4 ਜਾਂ 5 ਲੱਖ ਰੁਪਇਆ। ਵੀ ਪਹਿਲੇ ਸਾਲ ਦੀ ਜਿਹੜੀ ਫੀਸ ਅਤੇ ਲਿਵਿੰਗ ਐਕਸਪੈਂਸਿਸ ਦੀ ਗੱਲ ਕਰੀਏ ਵੀ ਅਪਰੋਕਸੀਮੇਟਲੀ 6-7 ਲੱਖ ਰੁਪਇਆ ਬੱਚਾ ਆਰਾਮ ਨਾਲ ਫੀਸ ਭਰ ਹੀ ਦਿੰਦਾ ਹੈ। ਉਸ ਤੋਂ ਬਾਅਦ 5 ਲੱਖ ਰੁਪਇਆ ਜਿਹੜੇ ਹੈਗੇ ਨੇ ਉਹਦੇ ਲਿਵਿੰਗ ਐਕਸਪੈਂਸਿਸ ਨੇ, ਅਤੇ ਇਹਦੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਐਜ਼ ਪਰ ਵੀਜ਼ਾ ਆਫਿਸਰ ਵੀ ਤੁਹਾਨੂੰ ਉੱਥੇ ਜਾ ਕੇ ਜੋਬ ਮਿਲ ਜਾਏਗੀ, ਤੁਸੀਂ ਰਹਿਣ ਖਾਣ ਪੀਣ ਦਾ ਖਰਚਾ ਕੱਢ ਦੋਗੇ, ਫੀਸਾਂ ਕੱਢ ਦੋਗੇ, ਇਸ ਚੀਜ਼ ਦੀ ਤਾਂ ਕੋਈ ਗਰੰਟੀ ਨਹੀਂ ਹੈਗੀ। ਵੀ ਟੈਕਨੀਕਲ ਪੁਆਇੰਟ ਇਹਦੇ ਵਿੱਚ ਇਹ ਆ ਜਾਂਦਾ ਵੀ ਬੱਚੇ ਕੋਲ ਕੋਈ ਇਹਦੇ ਕੋਲ ਉਹ ਨਹੀਂ ਹੈਗਾ ਡਾਕੂਮੈਂਟੇਸ਼ਨ ਜਾਂ ਕੋਈ ਪ੍ਰੂਫ ਨਹੀਂ ਹੈਗਾ ਵੀ ਉੱਥੇ ਕੋਈ ਤੁਹਾਨੂੰ ਜੋਬ ਮਿਲ ਵੀ ਜਾਏਗੀ ਕਿ ਨਹੀਂ ਮਿਲੂਗੀ, ਜਾਂ ਰਹਿਣ ਦਾ ਖਾਣ ਪੀਣ ਦਾ ਖਰਚਾ ਨਿਕਲ ਜੂਗਾ ਨਹੀਂ ਨਿਕਲ ਜੂਗਾ, ਕੋਈ ਪ੍ਰੂਫ ਨਹੀਂ ਹੈਗਾ। ਅਤੇ ਪ੍ਰੂਫ ਕੀ ਹੈ ਬੱਚੇ ਕੋਲ ਸਿਰਫ 1 ਸਾਲ ਦੀ ਫੀਸ ਭਰੀ ਹੋਈ ਦਾ ਅਤੇ 1 ਸਾਲ ਦੇ ਜਿਹੜੇ ਲਿਵਿੰਗ ਐਕਸਪੈਂਸਿਸ ਦਾ ਉਹਦਾ, ਜੋ ਕਿ ਟੋਟਲ ਅਪਰੋਕਸੀਮੇਟਲੀ 12-13 ਲੱਖ ਰੁਪਇਆ ਬਣਦਾ ਹੈ। ਅਤੇ ਉੱਧਰ ਦੀ ਆਪਾਂ ਦਿਖਾ ਰਹੇ ਹੁੰਦੇ ਹਾਂ ਵੀ 4 ਤੋਂ 5 ਲੱਖ ਰੁਪਇਆ ਫੈਮਿਲੀ ਇਨਕਮ, ਜਿਹਦੇ ਵਿੱਚ ਉਹ ਇਨਕਮ ਹੈ ਜਿਹੜੀ ਉਹਦੇ ਵਿੱਚ ਉਹਨਾਂ ਨੇ ਆਪਦਾ ਰਹਿਣ ਖਾਣ ਪੀਣ ਦਾ ਖਰਚਾ ਵੀ ਕੱਢਣਾ, ਤੁਹਾਡੇ ਪੇਰੈਂਟਸ ਨੇ, ਅਤੇ ਤੁਸੀਂ ਨਾਲੇ ਵੀਜ਼ਾ ਅਫਸਰ ਨੂੰ ਇਹ ਦਿਖਾ ਰਹੇ ਹੋ ਵੀ 5 ਲੱਖ ਰੁਪਇਆ ਇਨਕਮ ਹੈ, ਉਹਦੇ ਵਿੱਚੋਂ ਖਰਚਾ ਵੀ ਕਰਤਾ, ਅਤੇ ਤੁਹਾਨੂੰ ਉੱਥੇ ਕੈਨੇਡਾ ਬੈਠੇ ਹੋਏ ਨੂੰ ਕਿਵੇਂ ਉਹ ਅਗਲਾ ਖਰਚਾ ਭੇਜਣਗੇ। ਅਤੇ ਇੱਕ ਬਹੁਤ ਵੱਡਾ ਡਰੋਬੈਕ ਆ ਜਾਂਦਾ ਵੀ ਇਨਕਮ ਅਤੇ ਫੰਡਸ ਨੂੰ ਲੈ ਕੇ, ਵੀ ਅਗਰ ਤੁਸੀਂ ਬਾਕੀ ਇੱਕ ਫੁੱਲ ਪ੍ਰੂਫ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪਹਿਲੀ ਗੱਲ ਤਾਂ ਜਿਹੜੀ ਫੈਮਿਲੀ ਦੀ ਇਨਕਮ ਹੈ ਇਹ ਸਟਰੋਂਗ ਭਰੋ, ਵੀ ਇਸ ਟਾਈਮ ਅਗਰ ਦੇਖਿਆ ਜਾਏ ਵੀ 5 ਲੱਖ ਤੱਕ ਦੀ ਇਨਕਮ 'ਤੇ ਉੱਤੇ ਇਨਕਮ ਟੈਕਸ ਨਹੀਂ ਲੱਗਦਾ। ਅਤੇ ਅਗਰ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖੋ ਵੀ ਪੇਰੈਂਟਸ ਦੀ ਇਨਕਮ ਮਿਲਾ ਕੇ 10 ਲੱਖ ਰੁਪਏ ਤੁਸੀਂ ਸ਼ੋਅ ਕਰ ਸਕਦੇ ਹੋ, ਗ੍ਰੈਂਡ ਪੇਰੈਂਟਸ ਦੀ ਇਨਕਮ ਦਿਖਾ ਕੇ 15 ਲੱਖ ਤੁਸੀਂ ਕਰ ਸਕਦੇ ਹੋ। ਅਗਰ ਤੁਹਾਡੇ ਦਾਦੀ ਜੀ ਹੈਗੇ ਨੇ ਜਾਂ ਫਿਰ ਤੁਹਾਡੇ ਬ੍ਰਦਰ ਨੇ ਸਿਸਟਰ ਨੇ, ਉਹ ਜਿਹੜੇ ਨਾਲ ਤੁਹਾਡੇ ਰਹਿੰਦੇ ਨੇ ਸੇਮ ਐਡਰੈਸ 'ਤੇ ਰਹਿੰਦੇ ਨੇ, ਵੀ ਅਨਮੈਰਿਡ ਤੁਹਾਡੇ ਸਿਸਟਰ ਨੇ ਵੀ ਨਾਲ ਤੁਹਾਡੇ ਨਾਲ ਰਹਿੰਦੇ ਨੇ, ਉਹ ਜੋਬ ਕਰਦੇ ਨੇ, ਇਹ ਸਾਰਿਆਂ ਦੇ ਤੁਸੀਂ ਇਨਕਮ ਦਿਖਾ ਕੇ 15 ਤੋਂ 20 ਲੱਖ ਰੁਪਏ ਆਰਾਮ ਨਾਲ ਦਿਖਾ ਸਕਦੇ ਹੋ, ਜਿਹਦੇ ਵਿੱਚ ਕੋਈ ਖਰਚੇ ਵਾਲਾ ਕੰਮ ਨਹੀਂ, ਕੋਈ ਇਨਕਮ ਟੈਕਸ ਪੇ ਨਹੀਂ ਕਰਨਾ ਤੁਸੀਂ, ਸਿਰਫ ਅਤੇ ਸਿਰਫ ਤੁਸੀਂ ਇੱਕ ਇਨਕਮ ਟੈਕਸ ਰਿਟਰਨਸ ਫਾਈਲ ਕਰਵਾਉਣੀ ਹੈ, ਜੋ ਕਿ ਮੈਕਸਿਮਮ ਇੱਕ ਇਨਕਮ ਟੈਕਸ ਭਰਨ ਦਾ ਲਾਈਕ ਫਾਈਲ ਕਰਨ ਦਾ ਖਰਚਾ ਅਪਰੋਕਸੀਮੇਟਲੀ 500 ਰੁਪਇਆ ਲੱਗਦਾ ਆਲਮੋਸਟ। ਅਗਰ ਆਪਾਂ ਕਿਸੇ ਬਾਹਰੋਂ ਵੀ ਕਿਸੇ ਕੰਸਲਟੈਂਟ ਤੋਂ ਵੀ ਕਿਸੇ ਕਰਵਾ ਦਈਏ, ਵੀ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਤੋਂ ਵੀ ਕਰਵਾ ਦਈਏ, ਵੀ ਟੋਟਲ ਖਰਚਾ ਸਾਰੇ ਪ੍ਰੋਜੈਕਟ ਦਾ 2-3 ਹਜ਼ਾਰ ਰੁਪਏ ਤੋਂ ਵੱਧ ਨਹੀਂ ਬਣਨਾ ਹੈਗਾ, ਤੁਸੀਂ ਜਿੰਨਾ ਮਰਜ਼ੀ ਜੋੜ ਲਾ ਦਿਓ। ਇਸ ਤੋਂ ਇਲਾਵਾ ਫੰਡਸ ਨੂੰ ਲੈ ਕੇ ਗੱਲ ਕਰਦੇ ਹਾਂ ਵੀ ਆਪਾਂ ਫੀਸ ਭਰਤੀ, ਆਪਾਂ ਲਿਵਿੰਗ ਐਕਸਪੈਂਸਿਸ ਪੇ ਕਰਤੇ, ਇਸ ਤੋਂ ਇਲਾਵਾ ਅਸੀਂ ਕੋਈ ਫੰਡਸ ਨਹੀਂ ਦਿਖਾ ਰਹੇ। ਅਗਰ ਤੁਸੀਂ ਕੋਈ ਫੰਡਸ ਦਿਖਾ ਸਕਦੇ ਹੋ ਬੇਸ਼ੱਕ ਕਿਸੇ ਵੀ ਫਾਰਮ 'ਤੇ ਹੋਣ, ਕੋਈ ਸੇਵਿੰਗ ਅਕਾਊਂਟ 'ਚ ਹੋਣ, ਕੋਈ FD ਹੋਏ, ਜਾਂ ਕੋਈ ਰਿਸ਼ਤੇਦਾਰਾਂ ਦੀ ਵੀ ਆਪਣੀ ਕੋਈ ਜਿਵੇਂ ਕਲੋਜ਼ ਫੈਮਿਲੀ ਤੁਹਾਡੇ ਰਿਲੇਟਿਵਸ ਨੇ ਉਹ ਵੀ ਕੋਈ ਹੈਗੇ ਨੇ, ਉਹ ਵੀ ਤੁਸੀਂ ਨਾਲ ਲਗਾਓ। ਵੀ ਉਹਦੇ ਨਾਲ ਵੀ ਆਪਾਂ ਨੇ ਜਦੋਂ ਫਾਈਲ ਲਗਾਉਣੀ ਹੁੰਦੀ ਹੈ, ਮੇਰੀ ਕੰਪਨੀ ਦਾ ਅਤੇ ਮੇਰਾ ਇਹ ਹੁੰਦਾ ਵੀ ਮੈਂ ਕੋਈ ਕਮੀ ਨਾ ਛੱਡਾਂ, ਜਾਂ ਜੋ ਮੈਕਸਿਮਮ ਟੂ ਮੈਕਸਿਮਮ ਡਾਕੂਮੈਂਟੇਸ਼ਨ ਜਿਹੜੀ ਹੈਗੀ ਹੈ ਮੈਂ ਦੇਵਾਂ, ਮੈਂ ਕੋਈ ਕਮੀ ਨਾ ਛੱਡਾਂ। ਆਪਾਂ ਜਦ ਫਾਈਲ ਲਗਾਉਣੀ ਹੈ, ਫੀਸ ਵੀ ਭਰਤੀ,
लिविंग एक्सपेंसिव भी पे करते, एम्बैसी फी भी पे करती, सारा कुछ कंसल्टेंट ने भी अपना पैसा दे दिया, फिर कमी क्यों ਛੱਡੀ ਜਾਏ? ਫਿਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਗਜ਼ ਕਿਉਂ ਨਾ ਦਈਏ? ਅਸੀਂ ਇਹ ਕਿਉਂ ਸੋਚੀਏ ਵੀ ਘੱਟੋ ਘੱਟ ਕਿੰਨੇ ਡਾਕੂਮੈਂਟ ਚਾਹੀਦੇ ਨੇ ਵੀਜ਼ਾ ਦੇਣ ਵਾਸਤੇ? ਵੀ ਜ਼ਿਆਦਾਤਰ ਜਿਹੜਾ ਕੰਸਲਟੈਂਟਸ ਦਾ ਹੁੰਦਾ ਵੀ ਘੱਟੋ ਘੱਟ ਬਾਜੀ ਮਿਨੀਮਮ ਡਾਕੂਮੈਂਟ ਲੱਗੇ ਜੀ, ਇੱਕ ਸਾਲ ਦੀ ਫੀਸ ਭਰੀ ਗਈ, ਲਿਵਿੰਗ ਐਕਸਪੈਂਸਿਸ ਆ ਗਏ, ਐम्बैसी ਫੀਸ ਆ ਗਈ, ਚਲੋ 2-3 ਲੱਖ ਰੁਪਏ ਦੀ ਆਈਟੀ, ਬਾਕੀ ਲੋੜ ਨਹੀਂ। ਜ਼ਿਆਦਾਤਰ ਕੰਸਲਟੈਂਟ ਦਾ ਹੁੰਦੇ ਲੋੜ ਨਹੀਂ ਹੈਗੀ ਜੀ, ਉਹਦੀ ਕੋਈ ਲੋੜ ਨਹੀਂ ਹੁੰਦੀ। SOP ਦੀ ਤੁਸੀਂ ਗੱਲ ਕਰੋਗੇ, ਨਹੀਂ ਲੋੜ ਨਹੀਂ ਉਹਦੀ। ਇਨਕਮ ਦੀ ਨਹੀਂ ਜੀ ਲੋੜ ਨਹੀਂ ਹੈਗੀ ਜੀ। ਫੰਡਸ ਦੀ ਕੋਈ ਲੋੜ ਨਹੀਂ ਹੈਗੀ ਜੀ। ਹੋਰ ਕੋਈ ਐਕਸਪਲੇਨੇਸ਼ਨ ਲੋੜ ਨਹੀਂ ਜੀ, ਕੋਈ ਦਿੱਕਤ ਨਹੀਂ ਹੈਗੀ, ਬਸ ਐਂ ਦੱਸ ਦਿਓ ਫਾਈਲ ਸਭ ਠੀਕ ਹੈ। ਮੇਰੀ ਕੰਪਨੀ ਅਤੇ ਮੈਂ ਇਹਦੇ ਵਿੱਚ ਐਵੇਂ ਨਹੀਂ ਚੱਲਦਾ। ਮੈਂ ਇਹ ਕਹਿੰਦਾ ਕਿਉਂ ਨਾ ਲਗਾਈਏ। ਮੇਰਾ ਯਾਨੀ ਕਿ ਜਿਹੜਾ ਰਹਿੰਦਾ, ਜਿਹੜਾ ਮੇਨ ਮੋਟਿਵ ਉਹ ਰਹਿੰਦਾ ਵੀ ਮੈਂ ਤੁਹਾਡਾ ਵੀਜ਼ਾ ਲੈ ਕੇ ਦੇਵਾਂ, ਅਤੇ ਬਿਨਾਂ ਵੀਜ਼ੇ ਦੇ ਕੰਸਲਟੈਂਟ ਨਹੀਂ ਸਹੀ ਮੰਨਿਆ ਜਾਂਦਾ ਹੈਗਾ। ਅਤੇ ਮੈਂ ਆਪਣੀ ਰੈਪੂਟੇਸ਼ਨ ਨੂੰ ਲੈ ਕੇ ਜਾਂ ਆਪਣੀ ਰਿਸਪੈਕਟ ਨੂੰ ਲੈ ਕੇ ਜਾਂ ਆਪਣੀ ਲਾਈਕ ਸਾਰੀ ਚੀਜ਼ਾਂ ਨੂੰ ਲਾਈਕ ਵੀ ਧਿਆਨ 'ਚ ਰੱਖਦੇ ਹੋਏ ਵੀ ਮੈਂ ਇਸ 'ਚ ਇਹ ਦੇਖਦਾ ਵੀ ਵੱਧ ਤੋਂ ਵੱਧ ਡਾਕੂਮੈਂਟ ਮੈਂ ਕਿੰਨੇ ਲਗਾ ਸਕਦਾ, ਵੀ ਕਿਹੜੇ ਡਾਕੂਮੈਂਟ ਹੈ। ਵੀ ਬੱਚੇ ਨੂੰ ਅਸੀਂ ਸ਼ੁਰੂ 'ਚੋਂ ਕਾਉਂਸਲਿੰਗ ਤੋਂ ਟਾਈਮ ਤੋਂ ਲੈ ਕੇ ਜਦ ਤੱਕ ਫਾਈਲ ਉਹਦੀ ਮੈਸੇਜ ਜਾਣੀ ਹੈ ਉਦੋਂ ਤੱਕ ਅਸੀਂ ਸਾਰਾ ਬੱਚੇ ਦਾ ਪੂਰਾ ਉਹਨੂੰ ਮਾਈਂਡ ਅਪ ਬਣਾ ਦਿੰਦੇ ਆ, ਉਹਨੂੰ ਪੂਰਾ ਡਾਕੂਮੈਂਟੇਸ਼ਨ ਦੀ ਹਰ ਚੀਜ਼ ਦੀ ਪਹਿਲਾਂ ਹੀ ਡਿਟੇਲ ਦੇ ਦਿੰਦੇ ਆ ਵੀ ਤੁਸੀਂ ਅਗਰ ਕਿਸੇ ਦਾ ਪੈਨ ਕਾਰਡ ਨਹੀਂ ਹੈ ਤਾਂ ਅਪਲਾਈ ਕਰਾ ਦਿਓ, ਅਗਰ ਕਿਸੇ ਦੀ ਇਨਕਮ ਟੈਕਸ ਰਿਟਰਨਾਂ ਨਹੀਂ ਹੈ ਤਾਂ ਭਰਵਾ ਦੋਗੇ, ਨਹੀਂ ਤਾਂ ਸਾਨੂੰ ਦੱਸੋ, ਅਸੀਂ ਤੁਹਾਨੂੰ ਨੰਬਰ ਦੇ ਦਾਂਗੇ, ਤੁਹਾਡੇ ਇਨਕਮ ਟੈਕਸ ਰਿਟਰਨਾਂ ਭਰੀਆਂ ਜਾਣਗੀਆਂ। ਕੋਈ ਫੰਡਸ ਹੈਗੇ ਨੇ, ਕਈਆਂ ਕੋਲ ਕੈਸ਼ ਹੁੰਦਾ, ਕਈਆਂ ਕੋਲ ਆੜ੍ਹਤੀ ਕੋਲ ਪੈਸੇ ਪਏ ਹੁੰਦੇ, ਕਈਆਂ ਕੋਲ ਰਿਸ਼ਤੇਦਾਰ ਕੋਲ ਪੈਸੇ ਪਏ ਹੁੰਦੇ ਨੇ, ਅਸੀਂ ਉਹ ਕਹਿੰਦੇ ਵੀ ਅਕਾਊਂਟ 'ਚ ਪਾ ਦਿਓ ਜਾਂ ਜੁਆਇੰਟ ਅਕਾਊਂਟ 'ਚ ਪਾ ਦਿਓ। ਵੀ ਚਲੋ ਉਹਦੇ ਨਾਲ ਕੀ ਹੁੰਦਾ ਵੀ ਸਾਡਾ ਪੇਪਰ ਵਰਕ ਜਦ ਤੱਕ ਅਸੀਂ ਐम्बैसी 'ਚ ਫਾਈਲ ਪਹੁੰਚਾਉਣੀ ਸਾਡਾ ਸਟਰੋਂਗ ਹੋ ਚੁੱਕਿਆ ਹੁੰਦਾ, ਅਤੇ ਉਸ ਟਾਈਮ ਤੱਕ ਜਦੋਂ ਅਸੀਂ ਫਾਈਲ ਲਗਾਉਣੀ ਹੈ ਤਾਂ ਸਾਰੇ ਡਾਕੂਮੈਂਟੇਸ਼ਨ ਸਾਡੇ ਆ, ਤਾਂ ਅਸੀਂ 1 ਮਿੰਟ 'ਚ ਅਪਲਾਈ ਕਰ ਦਿੰਦੇ ਹਾਂ। ਵੀ ਘੱਟ ਡਾਕੂਮੈਂਟੇਸ਼ਨ ਦੀ ਠੀਕ ਹੈ, ਮਿਨੀਮਮ ਡਾਕੂਮੈਂਟੇਸ਼ਨ ਦਾ ਮਤਲਬ ਇਹ ਹੈ ਵੀ ਇਹ ਜਿਹੜੇ ਡਾਕੂਮੈਂਟੇਸ਼ਨ ਹੈ, 1 ਸਾਲ ਦੀ ਫੀਸ, ਐम्बैसी ਫੀਸ, ਲਿਵਿੰਗ ਐਕਸਪੈਂਸਿਸ ਦੀ ਗੱਲ ਕਰੀਏ, ਇਹ ਤਾਂ ਮਿਨੀਮਮ ਡਾਕੂਮੈਂਟ ਹੈ। ਇਸ ਤੋਂ ਬਿਨਾਂ ਤਾਂ ਤੁਹਾਡੀ ਫਾਈਲ ਲੱਗ ਹੀ ਨਹੀਂ ਸਕਦੀ ਹੈਗੀ। ਸਾਡਾ ਪਰਪਜ਼ ਇਹ ਹੈ ਵੀ ਹੋਰ ਵੱਧ ਤੋਂ ਵੱਧ ਕਿਹੜੇ ਡਾਕੂਮੈਂਟੇਸ਼ਨ ਹੈ ਜਿਹੜੇ ਅਸੀਂ ਆਰਾਮ ਨਾਲ ਲਗਾ ਸਕਦੇ ਹਾਂ, ਜਿਹਦੇ ਵਿੱਚ ਕੋਈ ਇੰਨੀ ਦਿੱਕਤ ਨਹੀਂ, ਅਤੇ ਉਹ ਲਗਾ ਕੇ ਸਾਡਾ ਵੀਜ਼ਾ ਸਕਸੈਸਫੁਲੀ ਆ ਸਕੇ। ਮੇਰੀ ਕੰਪਨੀ ਦਾ ਮੇਰਾ ਇਹ ਮਕਸਦ ਰਹਿੰਦਾ ਅਤੇ ਇਹ ਤਰੀਕਾ ਹੁੰਦਾ ਕੰਮ ਕਰਨ ਦਾ। ਅਤੇ ਸੈਕਿੰਡ ਜਿਹੜੀ ਗੱਲ ਕਰੀਏ ਆਪਾਂ, ਜਿਹੜਾ ਮੇਨ ਜਿਹੜੇ ਟੌਪਿਕ ਇਸ ਚੀਜ਼ ਦੀ ਆਪਾਂ ਗੱਲ ਕਰ ਰਹੇ ਸੀਗੇ ਵੀ ਤੁਸੀਂ ਕੈਨੇਡਾ ਛੱਡ ਕੇ ਵਾਪਸ ਨਹੀਂ ਆਉਂਗੇ, ਇਹ ਕਾਰਨ ਜਿਹੜਾ ਸਟੂਡੈਂਟ ਵੀਜ਼ਾ 'ਚ ਰਿਜੈਕਸ਼ਨ ਦਾ ਲੱਗਦਾ ਹੈ। ਸੈਕਿੰਡ ਪੁਆਇੰਟ ਆ ਜਾਂਦਾ ਸਟੇਟਮੈਂਟ ਆਫ ਪਰਪਸ। ਜ਼ਿਆਦਾਤਰ ਕੰਸਲਟੈਂਟਸ ਉਹਨੂੰ ਇਹ ਕਹਿਣਗੇ ਨਹੀਂ ਜੀ ਇਹਦੀ ਤਾਂ ਲੋੜ ਨਹੀਂ ਹੁੰਦੀ, ਜਾਂ ਫਿਰ ਕੀ ਕਰਨਗੇ ਵੀ ਪੂਰੀ ਬਣੀ ਬਣਾਈ ਉਹਨਾਂ ਕੋਲ SOP ਹੋਣੀ ਹੈ, ਬਸ ਆਪਦਾ ਤੁਹਾਡਾ ਉੱਪਰ ਦਾ ਨਾਮ ਅਤੇ ਤੁਹਾਡਾ ਜਿਹੜੇ ਮੇਨ ਡਿਟੇਲਸ ਹੈਗੀਆਂ ਉਹ ਚੇਂਜ ਕਰਤੀਆਂ, ਬਾਕੀ ਸੇਮ ਟੂ ਸੇਮ SOP 'ਚ ਉਹਨੂੰ ਛੱਡ ਦੇਣਗੇ। ਜਾਂ ਫਿਰ ਕੀ ਕਰਨਗੇ ਵੀ ਤੁਹਾਨੂੰ ਆਪ ਕਹਿ ਦੇਣਗੇ ਆਪ ਲਿਖੋ। ਵੀ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ SOP 'ਚ ਕੀ ਲਿਖਣਾ, ਬੱਚਾ ਤੋਂ ਜ਼ਿਆਦਾ ਉਹਦਾ ਇਹ ਲਿਖ ਪਾਏਗਾ ਵੀ ਮੈਂ ਕੀ ਕੀਤਾ ਹੋਇਆ ਹੈ, ਮੈਂ ਕਿਹੜਾ ਕੋਰਸ ਕਰਨ ਜਾ ਰਿਹਾ, ਕਿੱਥੇ ਕਰਨ ਜਾ ਰਹੇ ਹਾਂ, ਅਤੇ ਲਾਈਕ ਉਹਦੀ ਫੀਸ ਕਿੰਨੀ ਹੈ, ਅਤੇ ਬਸ ਮੋਟੀਆਂ ਗੱਲਾਂ ਇਹ ਲਿਖਦੇ ਨੇ ਜੋ ਕਿ ਪਤਾ ਹੀ ਹੈ। ਜੋ ਵੀਜ਼ਾ ਅਫਸਰ ਨੂੰ ਸਭ ਉਹ ਤਾਂ ਕਾਗਜ਼ਾਂ 'ਚੋਂ ਹੀ ਦਿਖ ਰਿਹਾ ਵੀ ਤੁਸੀਂ ਕੀ ਪੜ੍ਹਾਈ ਕੀਤੀ ਹੋਈ ਹੈ, ਕਿਹੜੇ ਕੋਰਸ 'ਚ ਕਰਨ ਜਾ ਰਹੇ, ਕਿੰਨੀ ਫੀਸ ਹੈ, ਅਤੇ ਕਿਹੜੀ ਲੋਕੇਸ਼ਨ 'ਚ, ਅਤੇ ਕੀ ਉਹਦੇ ਵਿੱਚ ਕਿਹੜਾ ਕਾਲਜ ਦਾ ਨਾਮ ਕੀ, ਉਹ ਸਾਰਾ ਕੁਝ ਲਿਖਿਆ ਹੀ ਹੋਇਆ, ਉਹਦੇ 'ਚ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ, ਉਹ ਤਾਂ ਪਤਾ ਹੀ ਹੈ। ਦੱਸਣਾ ਕੀ ਹੁੰਦਾ ਹੈ ਵੀ ਇਹ ਮੈਂ ਕੋਰਸ ਕਿਉਂ ਕਰਨਾ ਹੈ, ਰੀਜ਼ਨ ਇਹ ਕੋਰਸ ਇੰਡੀਆ 'ਚ ਕਿਉਂ ਨਹੀਂ ਕਰਨਾ, ਕੈਨੇਡਾ 'ਚ ਕਿਉਂ ਕਰਨਾ ਹੈ, ਇਹ ਕੋਰਸ ਕਰਨਾ ਹੀ ਕਿਉਂ ਹੈ। ਇਹ ਕੋਰਸ ਇੰਡੀਆ ਤੋਂ ਇਲਾਵਾ ਕੈਨੇਡਾ 'ਚ ਜਦੋਂ ਮੈਂ ਦੇਖਿਆ, ਕੈਨੇਡਾ ਤੋਂ ਇਲਾਵਾ ਵੀ ਕਿਹੜੇ ਕੰਟਰੀ 'ਚ ਹੋਰ ਦੇਖਿਆ ਮੈਂ, ਹੋਰ ਕੰਟਰੀਆਂ 'ਚੋਂ ਨਾ ਕਰਦੇ ਹੋਏ ਮੈਂ ਕੈਨੇਡਾ 'ਚ ਹੀ ਇਹ ਕੋਰਸ ਕਿਉਂ ਕਰਨਾ ਚਾਹੁੰਦਾ। ਫਿਰ ਇਹ ਆ ਜਾਂਦੀ ਹੈ ਗੱਲ ਵੀ ਇਹ ਕੋਰਸ ਕਰਨ ਦੇ ਮੈਨੂੰ ਬੈਨੀਫਿਟਸ ਕੀ ਨੇ, ਇਹ ਕੋਰਸ 'ਚ ਕੀ ਪੜ੍ਹਾਇਆ ਜਾਏਗਾ, ਉਹਦੇ ਕੋਰਸ ਕੰਟੈਂਟਸ ਦੀ ਗੱਲ ਆ ਜਾਂਦੀ ਹੈ। ਫਿਰ ਇਹ ਕੋਰਸ ਜਿਹੜਾ ਹੈਗਾ ਇਹ ਕਰਨ ਤੋਂ ਬਾਅਦ ਮੈਨੂੰ ਕੀ ਬੈਨੀਫਿਟਸ ਨੇ, ਮੈਨੂੰ ਕਿਸ ਟਾਈਪ ਦੀਆਂ ਜੋਬਸ ਮਿਲ ਜਾਣਗੀਆਂ, ਕਿਸ ਟਾਈਪ ਦੀ ਕੰਪਨੀਆਂ ਦੇ ਵਿੱਚ ਮੈਂ ਕੰਮ ਕਰ ਸਕਦਾ, ਕਿੰਨੀ ਮੈਨੂੰ ਸੈਲਰੀ ਮਿਲ ਜਾਏਗੀ, ਅਤੇ ਇੰਡੀਆ 'ਚ ਇਹਦੇ ਇਸ ਕੁਆਲੀਫਿਕੇਸ਼ਨ ਓਵਰਸੀਜ਼ ਕੁਆਲੀਫਿਕੇਸ਼ਨ ਦਾ ਇੰਡੀਆ 'ਚ ਕੀ ਬੈਨੀਫਿਟ ਹੈ। ਵੀ ਇਹ ਫੋਰ ਐਗਜ਼ਾਮਪਲ ਡਿਪਲੋਮਾ ਆਫ ਬਿਜ਼ਨਸ ਹੈਗਾ ਜਾਂ ਬੈਚਲਰ ਆਫ ਬਿਜ਼ਨਸ ਹੈ, ਵੀ ਤੁਸੀਂ ਇੰਡੀਆ 'ਚ ਕਰਕੇ ਕੀ ਤੁਸੀਂ ਕਮੀ ਰਹਿ ਜਾਏਗੀ ਜਿਹੜੀ ਤੁਸੀਂ ਕੈਨੇਡਾ 'ਚ ਕਰਕੇ ਪੂਰੀ ਕਰ ਦਿਓ। ਵੀ ਕੈਨੇਡਾ 'ਚ ਇਹੀ ਬਿਜ਼ਨਸ ਡਿਪਲੋਮਾ ਆਫ ਬਿਜ਼ਨਸ ਜਾਂ ਬੈਚਲਰ ਬਿਜ਼ਨਸ ਕਰਕੇ ਤੁਹਾਨੂੰ ਕੀ ਬੈਨੀਫਿਟ ਮਿਲੇਗਾ ਜੋ ਇੰਡੀਆ 'ਚ ਇਹੀ ਸੇਮ ਕੋਰਸ ਕਰਕੇ ਨਹੀਂ ਮਿਲੇਗਾ। ਇਹ ਸਾਰੀਆਂ ਚੀਜ਼ਾਂ ਦੱਸਣੀਆਂ ਜ਼ਰੂਰੀ ਹੈ। ਜ਼ਿਆਦਾਤਰ SOP 'ਚ ਜਿਹੜਾ ਮੈਂ ਦੇਖਦਾ ਵੀ ਉਹੀ ਚੀਜ਼ਾਂ ਆ ਜਾਂਦੀਆਂ ਵੀ ਬੇਸਿਕਸ ਆ ਜਾਂਦੀ ਵੀ ਇਹ ਮੈਂ ਕੋਰਸ ਕਰਨ ਜਾ ਰਹੇ, ਮੈਨੇ ਕੀਤਾ ਹੋਇਆ, ਵੀ ਤੁਸੀਂ ਕੋਈ ਐਸਾ ਪੁਆਇੰਟ ਨਹੀਂ ਲਿਖ ਰਹੇ, ਵੀ ਤੁਸੀਂ ਵਾਪਸ ਆਉਣ ਦਾ ਕੋਈ ਪਲਾਨ ਨਹੀਂ ਲਿਖ ਰਹੇ ਹੈਗੇ। ਤੁਸੀਂ ਲਿਖਦੇ ਆ ਜੀ ਚਲੋ ਮੈਨੂੰ ਪੜ੍ਹਾਈ ਕਰਦੀ, ਉਸ ਤੋਂ ਬਾਅਦ ਜੀ ਮੈਂ ਪੋਸਟ ਸਟੱਡੀ ਵਰਕ ਲੈ ਲੂੰਗਾ ਅਤੇ ਉੱਥੇ ਮੈਂ ਕੰਮ ਕਰੂੰਗਾ, ਇਹ ਤਾਂ ਲਿਖ ਦਿਆ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਕੀ ਲਿਖਿਆ ਤੁਸੀਂ, ਇਹ ਤਾਂ ਲਿਖਿਆ ਹੀ ਨਹੀਂ ਹੈਗਾ ਵੀ ਮੈਂ ਕੋਰਸ ਕਰਨ ਤੋਂ ਬਾਅਦ ਮੈਂ ਵਾਪਸ ਆਊਂਗਾ ਇੰਡੀਆ ਅਤੇ ਇੰਡੀਆ ਆ ਕੇ ਕੀ ਕਰੂੰਗਾ, ਉਹ ਚੀਜ਼ਾਂ ਕੋਈ ਮੈਂਸ਼ਨ ਨਹੀਂ ਕਰਦਾ। ਜ਼ਿਆਦਾਤਰ ਜਿੰਨੀਆਂ ਅਸੀਂ ਰਿਜੈਕਸ਼ਨਸ ਦੇਖਦੇ ਨੇ, ਮੋਸਟਲੀ ਹਰੇਕ ਰਿਜੈਕਸ਼ਨ ਲੈਟਰ 'ਚ
ਇੱਕੋ ਹੀ ਚੀਜ਼ ਹੁੰਦੀ ਹੈ ਵੀ ਤੁਸੀਂ ਵਾਪਸ ਹੀ ਆਓਗੇ। ਤਾਂ ਜਿੰਨੀਆਂ SOPs ਦੇਖਦੇ ਹਾਂ ਅਸੀਂ, ਉਹਨਾਂ ਵਿੱਚ ਅਸੀਂ ਬੱਚੇ ਨੂੰ ਪੁੱਛਦੇ ਹਾਂ SOP ਭੇਜੋ ਜੀ ਆਪਣੀ, ਵੀ ਅਸੀਂ SOP ਅਸੈਸ ਕਰ ਦਈਏ। ਉਹਦੇ ਵਿੱਚ ਕੀ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਬੱਚੇ ਕਹਿੰਦੇ ਜੀ SOP ਤਾਂ ਲਗਾਈ ਨਹੀਂ ਸਾਡੇ ਕੰਸਲਟੈਂਟ ਨੇ। 2-2 3-3 ਸਾਲ ਦਾ ਗੈਪ ਹੁੰਦਾ, ਗੈਪ ਦੀ ਕੀ ਐਕਸਪਲੇਨੇਸ਼ਨ ਹੈ, ਗੈਪ ਦੀ ਕੋਈ ਐਕਸਪਲੇਨੇਸ਼ਨ ਲਗਾਈ ਨਹੀਂ। ਉਹ ਕਹਿੰਦੇ ਜੀ ਲੋੜ ਨਹੀਂ, SDS 'ਚ ਲੋੜ ਨਹੀਂ, ਜਾਂ ਫਿਰ ਲਾਈਕ ਆਪਾਂ ਨੋਨ SD 'ਚ ਵੀ ਜਾ ਰਹੇ ਹਾਂ ਵੀ 1 ਸਾਲ ਦੀ ਫੀਸ ਭਰ ਕੇ GIC ਦੇ ਨਾਲ ਲੋੜ ਨਹੀਂ ਇਹ ਚੀਜ਼ਾਂ ਦੀ। ਕਿਉਂ ਨਹੀਂ ਲੋੜ ਹੈਗੀ ਜੀ? ਤੁਸੀਂ ਆਪਾਂ ਇੰਡੀਆ 'ਚ ਵੀ ਆਪਾਂ ਗੱਲ ਕਰੀਏ ਵੀ ਤੁਸੀਂ 2017 ਦਾ ਜਾਂ 18 ਦਾ ਪਾਸ ਆਊਟ ਹੈ ਬੱਚਾ, ਉਹ ਜੋਬ ਲੈਣ ਵੀ ਜਾਏ, ਉਹਨੂੰ ਪੁੱਛਿਆ ਵੀ 3 ਸਾਲ ਕੀ ਕੀਤਾ, ਤਾਂ ਫਿਰ ਤੁਸੀਂ ਕਹਿ ਰਹੇ ਹੋ ਕੈਨੇਡਾ 'ਚ ਆਪਾਂ ਇੰਨੇ ਵੱਡੇ ਕੰਟਰੀ 'ਚ ਨੇ, ਇੰਨੇ ਵਧੀਆ ਕੰਟਰੀ 'ਚ ਆਪਾਂ ਅਪਲਾਈ ਕਰ ਰਹੇ ਹਾਂ ਵੀਜ਼ਾ, ਅਤੇ ਉਹਦੇ ਵਿੱਚ ਸਾਨੂੰ ਵੀਜ਼ਾ ਅਫਸਰ ਦੇ ਦਿਮਾਗ 'ਚ ਇਹ ਕੁਛ ਨਹੀਂ ਆਏਗਾ ਵੀ ਤੁਸੀਂ 2 ਜਾਂ 3 ਸਾਲਾਂ 'ਚ ਕੀਤਾ ਕੀ ਹੈ। ਗੈਪ ਦੀ ਐਕਸਪਲੇਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਕੋਈ ਤੁਸੀਂ ਡਿਪਲੋਮਾ ਕੀਤਾ, ਕੋਈ ਤੁਸੀਂ ਕੋਈ ਪੜ੍ਹਾਈ ਸ਼ੁਰੂ ਕੀਤੀ ਸੀ, ਖਤਮ ਵਿੱਚ ਵਿਚਾਲੇ ਛੱਡਤੀ, ਤੁਸੀਂ ਕੋਈ ਪੜ੍ਹਾਈ ਐਸਾ ਹੈਗਾ ਜਿਵੇਂ ਐਂਟਰੈਂਸ ਟੈਸਟ ਦੀ ਕੋਈ ਤਿਆਰੀ ਕੀਤੀ, ਨੀਟ ਦੀ ਤਿਆਰੀ ਕੀਤੀ, ਜਾਂ ਕੋਈ ਵੀ IIT ਦੀ ਤੁਸੀਂ ਤਿਆਰੀ ਕੀਤੀ ਹੈ, ਤਿਆਰੀ ਕੀਤੀਆਂ 2 ਸਾਲ ਤੁਸੀਂ ਤਿਆਰੀ ਕੀਤੀਆਂ ਬਟ ਨਹੀਂ ਕਾਮਯਾਬ ਹੋ ਸਕੇ, ਉਹਦੀ ਵੀ ਤੁਸੀਂ ਐਕਸਪਲੇਨੇਸ਼ਨ ਦੇ ਸਕਦੇ ਹੋ ਵੀ 2 ਸਾਲ ਤੁਸੀਂ ਇਹ ਐਂਟਰੈਂਸ ਟੈਸਟ ਦੀ ਐਗਜ਼ਾਮੀਨੇਸ਼ਨ ਦੀ ਤਿਆਰੀ ਕੀਤੀ। ਇਹ ਸਭ ਅਸੈਪਟੇਬਲ ਹੈ ਵੀ ਜਿੰਨਾ ਕੁ ਜੈਨੂਨ ਤੁਸੀਂ ਰੱਖੋਗੇ ਆਪਦੇ ਕੇਸ ਨੂੰ, ਅਤੇ ਜਿੰਨਾ ਕੁ ਜੈਨੂਨ ਤੁਸੀਂ ਆਪਦਾ ਲਾਈਕ ਓਵਰਆਲ ਪ੍ਰੋਫਾਈਲ ਰੱਖੋਗੇ, ਉਹ ਵੀਜ਼ਾ ਅਫਸਰ ਨੂੰ ਸਭ ਸਮਝ ਆਉਂਦੇ ਆ ਵੀ ਬੱਚੇ ਇੰਡੀਆ 'ਚ ਨੀਟ ਦੀ ਤਿਆਰੀਆਂ ਕਰਦੇ ਆ, IT ਦੀ ਤਿਆਰੀ ਕਰਦੇ ਆ। ਕਈ ਬੱਚੇ ਇੱਥੇ ਪੜ੍ਹਾਈ ਸ਼ੁਰੂ ਕਰ ਦਿੰਦੇ ਨੇ, ਫਿਰ ਵਿੱਚ ਦੀ ਉਹਨਾਂ ਦਾ ਮਨ ਲੱਗਦਾ, ਪਤਾ ਲੱਗਦਾ ਵੀ ਹਾਂ ਯਾਰ ਇੱਥੇ ਪੜ੍ਹਾਈ ਬੈਚਲਰ ਵਗੈਰਾ ਇੰਡੀਆ 'ਚ ਕਰਨ ਦਾ ਕੋਈ ਬੈਨੀਫਿਟ ਮਿਲਣਾ ਨਹੀਂ ਹੈਗਾ, ਅਤੇ ਵਧੀਆ ਵੀ ਮੈਂ ਬਾਹਰ ਚਲਾ ਜਾ। ਇਹ ਕਾਮਨ ਚੀਜ਼ਾਂ, ਆਮ ਹੀ ਹੁੰਦੀਆਂ ਚੀਜ਼ਾਂ। ਇਸ ਕਰਕੇ ਕੋਈ ਇਹ ਚੀਜ਼ਾਂ ਜੈਨੂਨ ਸਮਝੀਆਂ ਜਾਂਦੀਆਂ ਬਜਾਏ ਕਿ ਇਹਨਾਂ ਨੂੰ ਹਾਈਡ ਕਰੀਏ ਆਪਾਂ। ਫਿਰ ਆ ਗਈ ਜੀ ਗੱਲ ਜਿਹੜੀ ਇਸ ਤੋਂ ਨੈਕਸਟ ਗੱਲ ਆ ਜਾਂਦੀ ਹੈ SOP, ਜਿਹੜਾ ਪੁਆਇੰਟ ਬਹੁਤ ਵੱਡਾ ਹੈਗਾ। ਇਨਕਮ ਦੇ ਡਾਕੂਮੈਂਟਸ ਦੀ ਆਪਾਂ ਡਿਸਕਸ ਕਰ ਲਈ, ਅਤੇ ਫਿਰ ਆਪਾਂ ਫੰਡਸ ਦੀ ਗੱਲ ਕਰ ਲਈ। ਆਖਰੀ ਪੁਆਇੰਟ ਆ ਜਾਂਦਾ ਹੈ ਫੈਮਿਲੀ ਟਾਈਜ਼ ਇਨ ਕੈਨੇਡਾ ਐਂਡ ਇਨ ਇੰਡੀਆ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਕਈ ਵਾਰੀ ਕਿਸੇ ਦੇ ਰਿਸ਼ਤੇਦਾਰ, ਜਾਣਕਾਰ ਜਾਂ ਕੋਈ ਨਾ ਕੋਈ ਬ੍ਰਦਰ ਸਿਸਟਰ ਬੈਠੇ ਹੁੰਦੇ ਨੇ, ਅਤੇ ਵੀਜ਼ਾ ਆਫਿਸ ਦੇ ਵਿੱਚ ਪੂਰਾ ਰਿਕਾਰਡ ਹੁੰਦਾ ਵੀ ਤੁਹਾਡਾ ਕਿਹੜਾ ਰਿਲੇਟਿਵ ਉੱਥੇ ਬੈਠੇ ਹੈ ਜਾਂ ਕਿਹੜਾ ਤੁਹਾਡੇ ਬ੍ਰਦਰ ਸਿਸਟਰ ਉੱਥੇ ਬੈਠੇ ਨੇ। ਉਹਦੇ ਨਾਲ ਕੀ ਹੈ ਵੀ ਫੋਰ ਐਗਜ਼ਾਮਪਲ ਤੁਸੀਂ ਅਪਲਾਈ ਕਰ ਰਹੇ ਹੋ ਜੀ, ਤੁਹਾਡੇ ਸਿਸਟਰ ਉੱਥੇ ਟੋਰਾਂਟੋ ਬੈਠੇ ਨੇ, ਅਤੇ ਤੁਸੀਂ ਵੀ ਨੈਚੁਰਲੀ ਗੱਲ ਹੈ, ਹਰ ਕਿਸੇ ਬੱਚੇ ਦਾ ਇਹੀ ਝੁਕਾਅ ਹੁੰਦਾ ਵੀ ਮੈਂ ਵੀ ਟੋਰਾਂਟੋ ਦਾ ਅਪਲਾਈ ਕਰਾਂ, ਮੇਰੀ ਸਿਸਟਰ ਬੈਠੀ ਹੈ। ਅਤੇ ਕੋਸ਼ਿਸ਼ ਕਰੋ ਵੀ ਤੁਸੀਂ ਕਿਸੇ ਹੋਰ ਸਟੇਟ 'ਚ ਜਾਂ ਹੋਰ ਕਿਸੇ ਪ੍ਰੋਵਿੰਸ 'ਚ ਤੁਸੀਂ ਅਪਲਾਈ ਕਰੋ, ਹੋਰ ਕਿਸੇ ਸਿਟੀ 'ਚ ਅਪਲਾਈ ਕਰੋ। ਉਹਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਵੀ ਮੇਰੇ ਸਿਸਟਰ ਉੱਥੇ ਬੈਠੇ ਨੇ, ਉਹਨਾਂ ਨੇ ਮੈਨੂੰ ਬਿਲਕੁਲ ਗਾਈਡ ਕੀਤਾ ਵੀ ਬਹੁਤ ਵਧੀਆ ਕੰਟਰੀ ਹੈ ਅਤੇ ਬਹੁਤ ਅੱਛੀ ਐਜੂਕੇਸ਼ਨ ਹੈਗੀ ਹੈ, ਅਤੇ ਇਸ ਕਾਰਨ ਮੈਂ ਵੀ ਅਪਲਾਈ ਕਰਨਾ ਚਾਹੁੰਦਾ ਕੈਨੇਡਾ 'ਚ। ਅਤੇ ਅਗਰ ਤੁਸੀਂ ਸਟੇਟ ਜਾਂ ਸਿਟੀ ਹੋਰ ਕਰ ਦਿੰਦੇ ਹੋ, ਅਤੇ ਉਹ ਇੱਕ ਤੁਹਾਡਾ ਉਹ ਜਿਹੜਾ ਪਰਪਸ ਹੈ ਉਹ ਘਟਾ ਦਿੰਦਾ, ਵੀ ਉਹ ਚੱਕਰਬਾਜ਼ੀਆਂ ਖਤਮ ਕਰ ਦਿੰਦੇ ਆ। ਕਿਉਂਕਿ ਵੀਜ਼ਾ ਅਫਸਰ ਦੇ ਦਿਮਾਗ 'ਚ ਆਉਂਦਾ ਵੀ ਆਪਦੇ ਰਿਸ਼ਤੇਦਾਰਾਂ ਕੋਲ ਇਹਨੇ ਆਉਣਾ ਹੁੰਦਾ, ਅਤੇ ਆਪਣੇ ਉਸੇ ਸਿਟੀ 'ਚ ਜਾਂਦਾ, ਕਿਸੇ ਹੋਰ ਸਿਟੀ 'ਚ ਨਾ ਜਾਂਦਾ। ਇਹਨੇ ਕਿਸੇ ਹੋਰ ਸਿਟੀ 'ਚ ਅਪਲਾਈ ਕੀਤਾ, ਇਹਦਾ ਮਤਲਬ ਵੀ ਇਹਦਾ ਫੋਕਸ ਪੜ੍ਹਾਈ ਦਾ ਅਤੇ ਪਰਟੀਕੂਲਰ ਕੋਰਸ ਦਾ ਅਤੇ ਪਰਟੀਕੂਲਰ ਕਾਲਜ ਲੈਣ ਦਾ ਸੀਗਾ। ਇਹਦਾ ਮਕਸਦ ਆਪਦੇ ਰਿਸ਼ਤੇਦਾਰਾਂ ਕੋਲ ਜਾਂ ਆਪਦੇ ਸਿਸਟਰ ਕੋਲ, ਬ੍ਰਦਰ ਕੋਲ ਪਹੁੰਚਦਾ ਨਹੀਂ ਸੀਗਾ। ਇਹ ਚੀਜ਼ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿੰਦੀ ਹੈ ਵੀ ਆਪਾਂ ਵੀਜ਼ਾ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਗੱਲ ਕਰੀਏ। ਬਾਕੀ ਜਿਹੜੀ ਜਨਰਲ ਗੱਲਾਂ ਦੀ ਗੱਲ ਕਰੀਏ ਵੀ ਕੋਰਸ ਰੈਲੇਵੈਂਸੀ, ਵੀ ਅਗਰ ਤੁਸੀਂ ਨਾਨ ਮੈਡੀਕਲ ਦੇ ਬੱਚੇ ਹੋ ਤਾਂ ਇੰਜੀਨੀਅਰਿੰਗ 'ਚ IT 'ਚ ਕੋਰਸ ਅਪਲਾਈ ਕਰ ਰਹੇ ਹੋ ਤਾਂ ਠੀਕ ਹੈ। ਹੁਣ ਸਾਡੇ ਕੋਲ ਪਿੱਛੇ ਜੇ ਕੁਝ ਕਾਲਸ ਆਈਆਂ, ਬੱਚੇ ਨਾਨ ਮੈਡੀਕਲ ਦੇ ਬੱਚੇ ਸੀ, ਉਹਨਾਂ ਨੂੰ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਕੋਰਸ ਦੇ ਕੇ ਵੀ 3-3 4-4 ਵਾਰੀ ਸੇਮ ਫਾਈਲ ਨੂੰ ਅਪਲਾਈ ਕਰਕੇ ਰਿਜੈਕਸ਼ਨ ਦਿੱਤੀ ਹੋਈ ਸੀਗੀ। SOP ਦੇ ਨਾਮ 'ਚ ਕੁਛ ਲੱਗਿਆ ਹੀ ਨਹੀਂ ਹੋਇਆ ਸੀਗਾ ਵੀ ਬੇਸਿਕ ਜੀ SOP ਵੀ ਨਾਨ ਮੈਡੀਕਲ ਦਾ ਬੱਚਾ ਅਰਲੀ ਚਾਈਲਡਹੁੱਡ ਕਿਉਂ ਕਰਨ ਜਾ ਰਿਹਾ, ਕੋਈ ਰੀਜ਼ਨ ਨਹੀਂ ਬਣਦਾ ਹੈਗਾ ਵੀ ਟੈਕਨੀਕਲੀ ਮੈਂ ਵੀ ਕਹਾਂ ਕੋਈ ਕਾਰਨ ਨਹੀਂ ਬਣਦਾ ਵੀ ਜਦ ਕੋਰਸਿਸ ਅਵੇਲੇਬਲ ਨੇ ਨਾਨ ਮੈਡੀਕਲ ਵਾਲੇ ਬੱਚਿਆਂ ਵਾਸਤੇ। ਜਿਵੇਂ ਇੰਜੀਨੀਅਰਿੰਗ ਲਗਾ ਦਿਓ ਤੁਸੀਂ ਜੀ, IT ਦੇ ਕੋਰਸਿਸ ਆ ਜਾਓ, ਮੈਡੀਕਲ ਵਾਲੇ ਹੈਲਥ ਕੇਅਰ ਵਰਕਰ ਦੇ ਕੋਰਸ ਆ ਗਏ, ਨਰਸਿੰਗ ਦੇ ਕੋਰਸਿਸ ਆ ਜਾਂਦੇ ਨੇ, ਫਿਰ ਲਾਈਕ ਓਲਡ ਏਜ ਕੇਅਰ ਦੇ ਹੋਰ ਕੋਰਸਿਸ ਆ ਜਾਂਦੇ ਨੇ, ਕਾਮਰਸ ਵਾਲਿਆਂ ਵਾਸਤੇ ਬਿਜ਼ਨਸ ਦੇ ਕੋਰਸ ਆ ਜਾਂਦੇ, ਅਕਾਊਂਟਿੰਗ ਦੇ ਕੋਰਸ ਹੁੰਦੇ, ਆਰਟਸ ਵਾਲਿਆਂ ਵਾਸਤੇ ਹੌਸਪਿਟੈਲਿਟੀ ਆ ਜਾਂਦੀ ਹੈ ਜੀ, ਅਰਲੀ ਚਾਈਲਡਹੁੱਡ ਐਜੂਕੇਸ਼ਨ ਆ ਜਾਂਦਾ ਹੈ। ਲਾਈਕ ਹਰ ਤਰੀਕੇ ਦੇ ਕੋਰਸ, ਹਰ ਤਰੀਕੇ ਦੇ ਬੱਚੇ ਦੀ ਹਰ ਤਰੀਕੇ ਦੇ ਕੋਰਸ ਅਵੇਲੇਬਲ ਹੈ। ਬਟ ਜ਼ਿਆਦਾਤਰ ਕੰਸਲਟੈਂਟ ਟਾਈਅਪ ਨਾ ਹੋਣ ਦੇ ਕਾਰਨ ਧੱਕਾ ਕਰਦੇ ਨੇ ਬੱਚਿਆਂ ਨੂੰ। ਉਹੀ 3-3 4-4 ਕੋਰਸਿਸ ਹੁੰਦੇ ਨੇ ਜ਼ਿਆਦਾਤਰ ਉਹਨਾਂ ਕੋਲ ਕਾਲਜਾਂ ਵਿੱਚ, ਸਸਤੇ ਦੇ ਚੱਕਰ 'ਚ ਲਗਾ ਲਓ ਜਾਂ ਫਿਰ ਕਮਿਸ਼ਨ ਖਾਣ ਦੇ ਚੱਕਰ 'ਚ ਜਾਂ ਕਿਸੇ ਵੀ ਕਾਰਨ ਨਾਲ ਧੱਕੇ ਨਾਲ ਬੱਚੇ ਨੂੰ ਅਪਲਾਈ ਕੀਤਾ ਜਾਂਦਾ ਅਤੇ ਉਹਨਾਂ ਨੂੰ ਇਸ ਤਰੀਕੇ ਨਾਲ ਰਿਜੈਕਸ਼ਨਾਂ ਲੈ ਕੇ ਦਿੱਤੀਆਂ ਜਾਂਦੀਆਂ। ਹੁਣ ਸਾਡੀ ਕੰਪਨੀ ਦੇ ਉੱਤੇ ਤੁਸੀਂ ਪੂਰਾ 100% ਟਰੱਸਟ ਕਰ ਸਕਦੇ ਹੋ ਇਸ ਮਾਮਲੇ ਨੂੰ ਲੈ ਕੇ ਵੀ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਬਰੀਕੀ ਦੇ ਵਿੱਚ ਅਸੀਂ ਧਿਆਨ ਦੇ ਕੇ ਅਪਲਾਈ ਕਰਾਉਂਦੇ ਹਾਂ। ਰੀਸੈਂਟਲੀ ਅਸੀਂ ਜਨਵਰੀ ਦੇ ਆਸ-ਪਾਸ ਵੀਜ਼ਾ ਦਿੱਤਾ ਸੀਗਾ, 5 ਵਾਰੀ ਕੈਨੇਡਾ ਦਾ ਬੱਚਾ ਰਿਜੈਕਟਡ ਸੀਗਾ, 2015 ਪਾਸ ਆਊਟ ਸੀਗਾ, ਕੈਨੇਡਾ ਤੋਂ ਹੀ 5 ਵਾਰੀ ਰਿਜੈਕਟਡ ਸੀ, ਉਹਨੂੰ ਵੀ ਅਸੀਂ ਵੀਜ਼ਾ ਲੈ ਕੇ ਦਿੱਤਾ। ਕੋਈ ਜਦ ਵੀ ਫਾਈਲ ਲਗਾਉਂਦਾ ਸੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਸੀ। ਕੰਸਲਟੈਂਟ ਇਹ ਸੋਚਦੇ ਸੀਗੇ ਵੀ ਅਸੀਂ ਕਮਿਸ਼ਨ ਵੱਧ ਤੋਂ ਵੱਧ ਕਿਵੇਂ ਆਏ, ਬਜਾਏ ਕਿ ਇਹ ਸੋਚਣ ਦੇ ਵੀ ਅਸੀਂ ਵੀਜ਼ਾ ਕਿਵੇਂ ਦਈਏ। ਹੁਣ ਉਹਨੇ ਡਿਪਲੋਮਿਆਂ ਦੇ ਵਿੱਚ ਲਾਈਕ ਨੋਨ SDS ਹਰ ਤਰੀਕੇ ਦੀ ਟਰਾਈ ਮਾਰ ਚੁੱਕਿਆ ਸੀ ਬੱਚਾ, ਲਾਈਕ ਹਰ ਜਗ੍ਹਾ ਨਾਕਾਮਯਾਬ ਹੋਇਆ ਸੀ, ਪੈਕੇਜ 'ਚ ਕਰਕੇ ਦੇਖਿਆ, ਸਭ ਕੁਝ ਕਰਕੇ ਦੇਖਿਆ। ਅਲਟੀਮੇਟਲੀ ਅਸੀਂ ਕੀ ਕੀਤਾ, ਕਿਉਂਕਿ ਉਹਦੇ ਵਿੱਚ ਡਿਪਲੋਮਾ ਵਗੈਰਾ ਉਹਨੇ ਦਿਖਾ ਰੱਖੇ ਸੀ ਸਾਰੇ ਕੇਸਾਂ 'ਚ, ਅਸੀਂ ਅੱਗੇ ਡਿਗਰੀ 'ਚ ਅਪਲਾਈ ਕੀਤਾ। ਯੂਨੀਵਰਸਿਟੀ ਟੌਪ ਲੈਵਲ ਦੀ ਲੱਭੀ ਜੀ, ਬੈਂਡ ਉਹਦੇ ਬੱਚੇ ਦੇ ਠੀਕ ਸੀ, 6 ਈਚ ਸੀਗੇ ਬੱਚੇ ਦੇ, ਅਤੇ ਅਸੀਂ ਉਹਨੂੰ ਬੈਚਲਰ ਡਿਗਰੀ ਉਹਨੂੰ
ਮੈਨੂੰ ਯੂਨੀਵਰਸਿਟੀ ਟੌਪ ਲੈਵਲ ਦੀ ਯੂਨੀਵਰਸਿਟੀ ਅਪਲਾਈ ਕੀਤਾ ਵੀ ਮੈਂ ਡਿਪਲੋਮਾ ਕਰ ਰੱਖਿਆ, ਹੁਣ ਮੈਂ ਡਿਗਰੀ ਕਰਨ ਵਾਸਤੇ ਆਉਣਾ ਹੈ। ਇੱਕ ਵਾਰੀ 'ਚ ਫਸਟ ਅਟੈਂਪਟ 'ਚ ਸਾਡਾ ਵੀਜ਼ਾ ਆ ਗਿਆ ਉਹ, ਅਤੇ ਲਾਈਕ ਬੱਚਾ ਵੀ ਖੁਸ਼ ਹੋਇਆ। ਅਤੇ ਇਹ ਚੀਜ਼ ਇਹ ਹੈ ਵੀ ਬਜਾਏ ਕਿ ਆਪਣੇ ਪ੍ਰੋਫਿਟ ਸਾਈਡ 'ਤੇ ਰੱਖ ਕੇ ਅਗਰ ਕਿਤੇ ਤੁਹਾਨੂੰ ਪ੍ਰੋਫਿਟ ਦਾ ਰਹਿੰਦਾ ਵੀ ਹੈ, ਅਗਰ ਕਿਸੇ ਕੰਸਲਟੈਂਟ ਨੂੰ ਵੀ ਮੈਨੂੰ ਪ੍ਰੋਫਿਟ ਵਧੀਆ ਆਇਆ ਤਾਂ ਬੱਚੇ ਨੂੰ ਕਹਿ ਕੇ ਜਾ ਸਕਦਾ ਵੀ ਮੈਨੂੰ ਕੰਸਲਟੈਂਸੀ ਚਾਰਜਸ ਇੰਨੇ ਦੇ ਦਿਓ। ਬਟ ਬੱਚੇ ਦੀ ਲਾਈਫ ਨਾਲ ਖੇਡਣਾ ਅਤੇ ਬੱਚੇ ਦੇ ਕਰੀਅਰ ਨਾਲ ਅਤੇ ਬੱਚੇ ਦੀ ਪ੍ਰੋਫਾਈਲ ਦੇ ਨਾਲ ਅਤੇ ਉਹਦਾ ਵੀਜ਼ਾ ਐਪਲੀਕੇਸ਼ਨ ਨਾਲ ਖੇਡਣਾ ਬਹੁਤ ਵੱਡੀ ਮਿਸਟੇਕ ਹੈ। ਮੇਰੀ ਕੰਪਨੀ 'ਚ ਮੇਰਾ ਜਿਹੜਾ ਰੋਲ ਇਹ ਰਹਿੰਦਾ ਹੈ, ਬੇਸ਼ੱਕ ਅਸੀਂ ਘੱਟ ਕੇਸ ਕਰ ਦਈਏ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਮੇਰਾ ਇੱਕ ਫੋਕਸ ਰਹਿੰਦਾ ਵੀ ਜਦੋਂ ਮੇਰੇ ਕੋਲ ਐਪਲੀਕੇਸ਼ਨ ਆਉਂਦੀ ਹੈ ਵੀ ਉਹਦਾ ਕੋਰਸ ਰੈਲੇਵੈਂਸੀ ਮੇਰੇ ਲਈ ਬਹੁਤ ਇੰਪੋਰਟੈਂਟ ਹੈ। ਅਗਰ ਤੁਹਾਡੀ ਕੋਰਸ ਰੈਲੇਵੈਂਸੀ ਨਹੀਂ ਬਣਦੀ ਤਾਂ ਮੈਂ ਐਪਲੀਕੇਸ਼ਨ ਨਹੀਂ ਅੱਗੇ ਪ੍ਰੋਸੈਸ ਕਰਦਾ, ਵੀ ਕੋਈ ਫਾਇਦਾ ਨਹੀਂ ਹੈਗਾ ਬਿਨਾਂ ਕੋਰਸ ਰੈਲੇਵੈਂਸੀ ਦੇ ਕੈਨੇਡਾ ਦੀ ਐਪਲੀਕੇਸ਼ਨ ਅਪਲਾਈ ਕਰਨ ਦਾ। ਦੂਸਰੀ ਚੀਜ਼ ਜਸਟੀਫਿਕੇਸ਼ਨ ਆਫ ਗੈਪ। ਅਗਰ ਗੈਪ ਹੈ ਅਸੀਂ ਮੈਂ ਪਹਿਲਾਂ ਹੀ ਦੱਸ ਦਿੰਦੇ ਵੀ ਇਸ ਤਰੀਕੇ ਨਾਲ ਇਹਨੂੰ ਸੈੱਟ ਕਰ ਦਿਓ, ਤੁਹਾਡਾ ਗੈਪ ਜਸਟੀਫਾਈ ਹੋ ਜਾਏਗਾ। ਗੈਪ ਜਸਟੀਫਿਕੇਸ਼ਨ ਇੱਕ ਬਹੁਤ ਵੱਡਾ ਪੁਆਇੰਟ ਹੈ ਜਿਹੜਾ ਅਸੀਂ ਬਹੁਤ ਧਿਆਨ ਨਾਲ, ਬਹੁਤ ਜ਼ਿਆਦਾ ਜ਼ੋਰ ਨਾਲ, ਧਿਆਨ ਨਾਲ ਦੇਖ ਕੇ ਸਮਝ ਕੇ ਉਹਨੂੰ ਗਾਈਡੈਂਸ ਬੱਚੇ ਨੂੰ ਦੇ ਕੇ ਅਤੇ ਕਵਰ ਕਰਵਾਉਂਦੇ ਹਾਂ। ਤੀਸਰੀ ਗੱਲ ਆ ਜਾਂਦੀ ਹੈ ਜੀ ਸਟੇਟਮੈਂਟ ਆਫ ਪਰਪਸ, ਜੋ ਕਿ ਸਾਡੀ USP ਹੈ। ਵੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਰੀਕੀ 'ਚ ਬੱਚੇ ਦੇ ਬਿਹਾਫ 'ਤੇ ਵੀ ਅਸੀਂ SOP ਜਿਹੜੀ ਹੈਗੀ ਹੈ ਸਟੇਟਮੈਂਟ ਆਫ ਪਰਪਸ ਬੱਚੇ ਤੋਂ ਤਿਆਰ ਕਰਵਾਉਂਦੇ ਹਾਂ ਜਾਂ ਆਪ ਤਿਆਰ ਕਰਦੇ ਹਾਂ। ਪੂਰਾ ਐਂਡ ਟੂ ਐਂਡ ਅਸੀਂ ਕੰਪਲੀਟ ਪੈਕੇਜ ਉਹਦੇ ਵਿੱਚ ਦਿੰਦੇ ਹਾਂ ਵੀ ਜੀ ਘੱਟੋ ਘੱਟ 17-18 ਪੁਆਇੰਟ ਹੁੰਦੇ ਨੇ ਟੋਟਲ ਕਵਰ ਕਰਨ ਵਾਲੇ। ਉਹ ਸਾਰੀ ਚੀਜ਼ਾਂ ਐਂਡ ਡਿਟੇਲ 'ਚ ਕਵਰ ਕੀਤੀਆਂ ਜਾਂਦੀਆਂ ਸਟੂਡੈਂਟ ਦੇ ਬਿਹਾਫ 'ਤੇ, ਅਤੇ ਬੱਚੇ ਨੂੰ ਐਂਡ 'ਚ ਇੱਕ ਵਾਰੀ ਬੈਠ ਕੇ ਸਾਰਾ ਉਹਨੂੰ ਦਿਖਾਇਆ ਜਾਂਦਾ SOP ਦੇ ਵਿੱਚ ਕੀ ਹੈ ਕੀ ਨਹੀਂ ਹੈਗਾ, ਕੋਈ ਚੇਂਜਿਸ ਕਰਨੀ ਹੈ ਉਹ ਅਸੀਂ ਮੌਕੇ 'ਤੇ ਕਰ ਦਿੰਦੇ ਹਾਂ। ਅਤੇ SOP ਸਾਡੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਵੀ ਬੇਸ਼ੱਕ ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਵੀ ਅਸੀਂ ਹਰ ਇੱਕ ਪੁਆਇੰਟ ਕਵਰ ਕਰਦੇ ਹਾਂ। ਉਹਦੇ ਵਿੱਚ ਸਾਡਾ ਇਹ ਨਹੀਂ ਹੁੰਦਾ ਵੀ ਬੱਚੇ ਦੀ ਐਡਿਟ ਕਰਕੇ ਜੀ 2-3 ਜਿਹੜੇ 2 ਪੈਰਾਗ੍ਰਾਫ ਫਰੰਟ ਦੇ ਐਡਿਟ ਕਰਕੇ ਦਿਖਾਉਣੇ। ਸਾਡੀ ਬਿਲਕੁਲ ਡਿਟੇਲਡ ਹੈ ਕਿਉਂਕਿ ਹਰ ਬੱਚਾ ਇੱਕ ਯੂਨੀਕ ਬੱਚਾ ਹੈ, ਅਲੱਗ ਉਹਦੀਆਂ ਵਿਚਾਰ ਹੈਗੇ ਨੇ, ਅਲੱਗ ਉਹਦੀ ਪ੍ਰੋਫਾਈਲ ਹੈ, ਅਲੱਗ ਕੋਰਸ ਵਿੱਚ ਜਾ ਰਿਹਾ ਹੈ, ਅਲੱਗ ਉਹਦੇ ਸਰਕਮਸਟੈਂਸਿਸ ਹੈ ਫੈਮਿਲੀ ਦੇ, ਅਤੇ ਹਰ ਚੀਜ਼ ਨੂੰ ਲੈ ਕੇ। ਅਤੇ ਅਸੀਂ ਉਹ ਚੀਜ਼ ਨੂੰ ਬਹੁਤ ਧਿਆਨ ਰੱਖਦੇ ਹਾਂ ਵੀ ਕਿਸੇ ਵੀ ਤਰੀਕੇ ਨਾਲ ਕੋਈ ਕਮੀ ਨਾ ਰਹੇ, ਵੀ ਇਹ ਸਾਰੇ ਪੁਆਇੰਟਸ ਨੂੰ ਲੈ ਕੇ ਵੀ ਅਗਰ ਇਹ ਸਾਰੇ ਪੁਆਇੰਟਸ ਅਸੀਂ ਕਵਰ ਕਰਕੇ ਚੱਲਦੇ ਹਾਂ ਤਾਂ ਨੈਚੁਰਲੀ ਗੱਲ ਹੈ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਵੀਜ਼ਾ ਤੁਹਾਡਾ ਆਰਾਮ ਨਾਲ ਆ ਹੀ ਸਕਦਾ। ਅਤੇ ਇਸ ਟਾਈਮ 'ਤੇ ਜੋ ਸਿਚੁਏਸ਼ਨ ਚੱਲ ਰਹੀ ਹੈ ਵੀ ਅਗਰ ਤੁਸੀਂ +2 ਕੀਤੀ ਹੈ ਵੀ ਕੈਨੇਡਾ ਵਿੱਚ 2 'ਚ 5.5 ਬੈਂਡ ਕਾਫੀ ਕਾਲਜਿਸ ਲੈ ਰਹੇ ਨੇ, ਬਲਕਿ ਗਵਰਨਮੈਂਟ ਕਾਲਜਿਸ ਵੀ ਲੈ ਰਹੇ ਹੈ। ਅਤੇ ਬਾਕੀ ਅਗਰ ਆਪਾਂ ਪੋਸਟ ਗ੍ਰੈਜੂਏਸ਼ਨ ਦੀ ਗੱਲ ਕਰੀਏ ਵੀ 1 'ਚ 5.5 ਬੈਂਡ ਅਸੈਪਟੇਬਲ ਹੈਗਾ ਇਸ ਟਾਈਮ 'ਤੇ। ਅਤੇ ਅਗਰ ਤੁਸੀਂ ਹੁਣ ਜਿਹੜਾ ਨੈਕਸਟ ਇਨਟੇਕ ਮੈਂ ਤੁਹਾਨੂੰ ਕਹਿ ਕੇ ਚੱਲੂੰਗਾ ਵੀ ਜਿਹੜਾ ਪ੍ਰੈਕਟੀਕਲ ਜਿਹੜਾ ਪੋਸੀਬਲ ਹੈਗਾ ਵੀ ਹਾਂ ਵੀ ਬੱਚਾ ਸੋਚ ਸਕਦਾ ਵੀ ਮੈਂ ਉੱਥੇ ਫੇਸ ਟੂ ਫੇਸ ਪੜ੍ਹਦਾ, ਉਹ ਜਲਦੀ ਤੋਂ ਜਲਦੀ ਨਵੰਬਰ ਹੋ ਸਕਦਾ ਜਾਂ ਜਨਵਰੀ ਹੋ ਸਕਦਾ। ਇਸ ਤੋਂ ਪਹਿਲਾਂ ਕੋਈ ਇਨਟੇਕ ਹੋਣ ਦੀ ਪੋਸੀਬਿਲਿਟੀ ਨਹੀਂ ਹੈਗੀ। ਸੈਪਟੈਂਬਰ ਇਨਟੇਕ ਮੈਂ ਨਹੀਂ ਐਕਸਪੈਕਟ ਕਰਦਾ ਵੀ ਫੇਸ ਟੂ ਫੇਸ ਬੱਚੇ ਦੀ ਪੜ੍ਹਾਈ ਹੋ ਜਾਏਗੀ ਉੱਥੇ ਜਾ ਕੇ। ਇਸ ਕਰਕੇ ਨਵੰਬਰ ਜਾਂ ਜਨਵਰੀ ਨੂੰ ਟਾਰਗੇਟ ਜਾਏਗਾ। ਜਦੋਂ ਅਗਰ ਪ੍ਰਾਈਵੇਟ ਕਾਲਜ ਤੁਸੀਂ ਐਕਸੈਪਟ ਕਰਦੇ ਹੋ ਜਾਂ ਮੌਂਟਰੀਅਲ 'ਚ ਤੁਸੀਂ ਜਾਣਾ ਤੁਸੀਂ ਐਕਸੈਪਟ ਕਰਦੇ ਹੋ ਅਤੇ ਨਵੰਬਰ ਇਨਟੇਕ ਤੁਹਾਡੇ ਦੀ ਬੰਦ ਹੈ। ਨਹੀਂ ਤਾਂ ਫਿਰ ਅਗਰ ਗਵਰਨਮੈਂਟ ਕਾਲਜ ਦੀ ਗੱਲ ਕਰੀਏ ਤਾਂ ਜਨਵਰੀ ਇਨਟੇਕ ਨੂੰ ਤੁਸੀਂ ਟਾਰਗੇਟ ਜਾ ਕੇ ਚਲੋ। ਇਸ ਟਾਈਮ 'ਤੇ ਸਾਡੀ ਕੰਪਨੀ ਫ੍ਰੀ ਆਫ ਕਾਸਟ ਐਡਮਿਸ਼ਨ ਪ੍ਰੋਵਾਈਡ ਕਰ ਰਹੀ ਹੈ ਅਤੇ ਤੁਸੀਂ ਐਡਮਿਸ਼ਨਸ ਅਪਲਾਈ ਕਰੋ। ਜ਼ਿਆਦਾਤਰ ਕਾਲਜਿਸ ਇਸ ਟਾਈਮ 'ਤੇ ਕਾਫੀ ਜ਼ਿਆਦਾ ਕਾਲਜ ਤਰੀਕੇ ਨਾਲ ਕਾਲਜਿਸ ਜਿਹੜੇ ਹੈਗੇ ਨੇ ਵੀ ਜਿਹੜੇ ਕਿ ਫ੍ਰੀ ਆਫ ਕਾਸਟ ਐਡਮਿਸ਼ਨ ਦੇ ਰਹੇ ਨੇ, ਅਤੇ ਉਸ ਚੀਜ਼ ਦਾ ਤੁਸੀਂ ਫਾਇਦਾ ਉਠਾਓ। ਅਤੇ ਬਾਕੀ ਬਥੇਰੀ ਜਾਣਕਾਰੀ ਵਾਸਤੇ ਜਿਹੜੇ ਨੰਬਰ ਦਿੱਤੇ ਜਾ ਰਹੇ ਨੇ ਉਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਮੈਨੂੰ ਮਿਲਣ ਵਾਸਤੇ ਤੁਸੀਂ ਇੱਕ ਕਾਲ ਕਰਕੇ ਇੱਕ ਜਾਂ ਮੈਸੇਜ ਛੱਡ ਕੇ WhatsApp ਦੇ ਸਾਡੇ ਨੰਬਰਾਂ 'ਤੇ ਤੁਸੀਂ ਪੁੱਛ ਸਕਦੇ ਹੋ, ਮੇਰੇ ਨਾਲ ਗੱਲ ਕਰਨ ਦੇ ਵਾਸਤੇ ਗੱਲ ਕਰ ਸਕਦੇ ਹੋ, ਅਤੇ ਮੇਰੇ ਨਾਲ ਤੁਹਾਡੀ ਡਾਇਰੈਕਟ ਗੱਲ ਆਰਾਮ ਨਾਲ ਹੋ ਜਾਏਗੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।